ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲ ਪੰਜਾਬ ਦੀ ਸਿਆਸਤ ਤੇ ਭਾਰਤ ਦੀ ਸਿਆਸਤ ਦੇ ਪੱਖ ਦੇ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਵੇਰ ਹੁੰਦਿਆਂ ਹੀ ਧਮਾਕੇਦਾਰ ਟਵੀਟ ਕੀਤਾ ਗਿਆ, ਜਿਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਸਰਕਾਰਾਂ ਤੇ ਲੋਕਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਜਿਹੜੀ ਆਵਾਜ਼ ਬੁਲੰਦ ਕਰਨ ਦੇ ਲਈ ਆਪਣੇ ਹੱਕਾਂ ਦੇ ਲਈ। ਕੀ ਕੁਝ ਕਿਹਾ ਗਿਆ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਇਸ ਪੂਰੇ ਪ੍ਰੋਗਰਾਮ ਦੇ ਵਿੱਚ ਇੱਕ ਇੱਕ ਕਰਕੇ ਨਵਜੋਤ ਸਿੰਘ ਸਿੱਧੂ ਦੀ ਗੱਲ ਦੱਸਾਂਗੇ ਕਿ ਕੀ ਉਹ ਕਹਿਣਾ ਚਾਹੁੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਤੰਜ ਉਹਨਾਂ ਦੇ ਵੱਲੋਂ ਕਸੇ ਗਏ ਨੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸਰ, ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦਾ ਸਵੇਰ ਹੁੰਦਿਆਂ ਹੀ ਇੱਕ ਧਮਾਕੇਦਾਰ ਟਵੀਟ ਆ ਗਿਆ? ਕਿਵੇਂ ਦੇਖਦੇ ਹੋ ਇਸ ਟਵੀਟ ਨੂੰ? ਆਪਾਂ ਇੱਕ ਵਾਰੀ ਜੇ ਦੱਸ ਦਈਏ ਆਪਣੇ ਦਰਸ਼ਕਾਂ ਨੂੰ। ਸੁਖਵਿੰਦਰ ਜੀ ਦੇਖੋ, ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਰਹੇ ਨੇ ਔਰ ਬਹੁਤ ਕਮਾਲ ਦੇ ਜਿਹੜੇ ਉਹਨਾਂ ਦੇ ਸਵਾਲ ਹੁੰਦੇ ਨੇ। ਔਰ ਆਪਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਬਾਰੇ ਜਾਂ ਹਿੰਦੁਸਤਾਨ ਦੀ ਜਿਹੜੀ ਸਿਆਸਤ ਹੈ ਉਹਦੇ ਬਾਰੇ ਬਹੁਤ ਗੰਭੀਰ ਨਜ਼ਰ ਆਉਂਦੇ ਨੇ ਇਹਨਾਂ ਟਵੀਟਾਂ ਤੋਂ। ਔਰ ਜਿਹੜੇ ਲੇਟੈਸਟ ਟਵੀਟ ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ, ਇਹ ਮੈਨੂੰ ਲੱਗਦਾ ਕਿ ਹੁਣ ਤੱਕ ਦੇ ਟਵੀਟਸ, ਜਿੰਨੇ ਵੀ ਹੁਣ ਤੱਕ ਦੇ ਟਵੀਟ ਹੋਏ ਨੇ ਨਵਜੋਤ ਸਿੰਘ ਜੀ ਵੱਲੋਂ, ਤਾਂ ਉਹਨਾਂ ਤੋਂ ਸਭ ਤੋਂ ਜ਼ਿਆਦਾ ਗੰਭੀਰ ਔਰ ਸਭ ਤੋਂ ਇਹ ਜਿਹੜੇ ਅੱਜ ਦੇ ਸਮੇਂ ਦੇ ਖਤਰਨਾਕ ਜਿਹੜੇ ਸਵਾਲ ਉਠਾਏ ਗਏ ਨੇ। ਇਹਦੇ ਵਿੱਚ ਵੱਡੀ ਗੱਲ ਇਹ ਕਹੀ ਗਈ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਚਾਹੇ ਸਾਡੀ ਸਿਹਤ ਹੋਵੇ, ਐਜੂਕੇਸ਼ਨ ਹੋਵੇ, ਸਿੱਖਿਆ ਹੋਵੇ ਔਰ ਹਸਪੀਟਲਸ ਹੋਣ, ਔਰ ਇੱਥੋਂ ਤੱਕ ਕਿ ਜਿਹੜੀ ਸਾਡੀ ਹਵਾ ਹੈ ਉਹ ਵੀ ਸਾਡੀ ਤਬਾਹ ਕਰ ਦਿੱਤੀ ਗਈ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਜਿਹੜਾ ਇਹ ਸਾਰਾ ਲੋਕਤੰਤਰ ਦਾ ਜਿਹੜਾ ਸਾਰਾ ਬੋਲਬਾਲਾ ਹੈ, ਇਹ ਸਾਡੇ ਆਮ ਲੋਕਾਂ ਤੱਕ ਨਹੀਂ ਪਹੁੰਚਿਆ। ਔਰ ਇਹ ਸਾਡੇ ਜਿਹੜੇ ਟੈਕਸ ਦਾ ਪੈਸਾ ਹੈ, ਲੋਕਾਂ ਦੇ ਜਿਹੜੇ ਸਰਕਾਰਾਂ ਵਸੂਲਦੀਆਂ ਨੇ ਸਾਡੇ ਤੋਂ ਪੈਸਾ, ਉਹ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਸੋ ਉਹਦੇ ਨਤੀਜੇ ਵਜੋਂ ਆਮ ਲੋਕ ਜਿਹੜੇ ਨੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਖੇਤਰਾਂ ਦੇ ਵਿੱਚ ਤੁਸੀਂ ਦੇਖੋਗੇ, ਚਾਹੇ ਐਜੂਕੇਸ਼ਨ ਦਾ ਮਸਲਾ ਹੋਵੇ, ਚਾਹੇ ਹੈਲਥ ਦਾ ਮਸਲਾ ਹੋਵੇ, ਜਾਂ ਇੱਥੋਂ ਤੱਕ ਕਿ ਹੁਣ ਅੱਜ ਜਿਹੜਾ ਹਸਪੀਟਲ ਕਰੋਨਾ ਦੀ ਮਹਾਮਾਰੀ ਕਰਕੇ ਲੋਕ ਅੱਜ ਤਰਾਹ-ਤਰਾਹ ਕਰ ਰਹੇ ਨੇ, ਚਾਹੇ ਉਹਨਾਂ ਦਾ ਮਸਲਾ ਹੋਵੇ। ਸੋ ਉਹਨਾਂ ਨੇ ਵੱਡੇ ਸਵਾਲ ਇਹੀ ਸਾਡੀਆਂ ਸਰਕਾਰਾਂ ਦੇ ਉੱਤੇ ਚੁੱਕੇ ਨੇ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਜਿਹੜਾ ਪੂਰੈਸਟ ਆਫ ਦਾ ਪੂਰ ਹੈ, ਯਾਨੀ ਕਿ ਜਿਹੜਾ ਸਭ ਤੋਂ ਗਰੀਬ ਤਬਕਾ ਹੈ ਹਿੰਦੁਸਤਾਨ ਦਾ ਜਾਂ ਪੰਜਾਬ ਦਾ, ਉਹਦੇ ਤੱਕ ਸਾਡਾ ਲੋਕਤੰਤਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਹਜੇ ਤੱਕ ਨਹੀਂ ਪਹੁੰਚ ਸਕੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਸਵਾਲ, ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਦਾਨਿਸ਼ਵਰ ਦੇ ਤੌਰ ਤੇ ਅੱਜ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ ਕਿ ਅੱਜ ਉਹਨਾਂ ਨੇ ਪੋਲੀਟੀਸ਼ੀਅਨ ਦੇ ਤੌਰ ਤੇ ਨਹੀਂ, ਇੱਕ ਦਾਨਿਸ਼ਵਰ, ਇੱਕ ਬੁੱਧੀਜੀਵੀ ਦੇ ਤੌਰ ਤੇ ਇਹ ਸਵਾਲ ਜਿਹੜੇ ਨੇ ਉਠਾਏ ਨੇ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਆਮ ਬੰਦੇ ਨੂੰ, ਗਰੀਬ ਬੰਦੇ ਨੂੰ ਖਾਸ ਤੌਰ ਤੇ ਮਿਲਿਆ ਕੀ ਇਸ ਮੁਲਕ ਦੇ ਵਿੱਚ। ਸੋ ਉਹਨਾਂ ਨੇ ਸਵਾਲ ਇਹ ਉਠਾਇਆ ਕਿ ਕਿਉਂਕਿ ਸਰਕਾਰੀ ਸਕੂਲ ਫੇਲ ਹੋ ਗਏ, ਲੋਕਾਂ ਨੇ ਪ੍ਰਾਈਵੇਟ ਜਿਹੜੇ ਸੀਗੇ ਸਕੂਲਾਂ ਦੇ ਵਿੱਚ ਬੱਚੇ ਪਾਤੇ, ਪ੍ਰਾਈਵੇਟ ਕਾਲਜਾਂ 'ਚ ਬੱਚੇ ਪੜ੍ਹਨ ਲੱਗ ਗਏ। ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪੀਟਲ ਫੇਲ ਹੋ ਗਏ, ਲੋਕਾਂ ਨੇ ਜਿਹੜਾ ਸੀਗਾ, ਆਪਾਂ ਨੂੰ ਪਤਾ ਹੈ ਕਿ ਪ੍ਰਾਈਵੇਟ ਜਾਣਾ ਸ਼ੁਰੂ ਕੀਤਾ ਔਰ ਉੱਥੇ ਲੁੱਟ ਜਿਹੜੀ ਹੈਗੀ ਹੈ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਲੋਕਾਂ ਦੀ ਹੁੰਦੀ ਗਈ। ਸੋ ਇਸ ਕਰਕੇ ਲਗਾਤਾਰ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਹੈ ਉਹ ਹੁਣ ਤੱਕ ਗਿਆ ਕਿੱਥੇ ਆ। ਸਵਾਲ ਉਹਨਾਂ ਨੇ ਜਿਹੜਾ ਵੱਡਾ ਇਹ ਚੁੱਕਿਆ ਹੈ ਕਿ ਸਾਡੇ ਜਿਹੜੇ ਟੈਕਸ ਦਾ ਪੈਸਾ ਹੈ, ਲੋਕ ਜਾਂ ਅਸੀਂ ਸਾਰੇ ਪੈਸਾ ਜਿਹੜਾ ਹੈਗਾ ਸਰਕਾਰ ਨੂੰ ਦਿੰਦੇ ਆ ਟੈਕਸ ਦੇ ਰੂਪ ਦੇ ਵਿੱਚ, ਚਾਹੇ ਮਾਚਿਸ ਤੋਂ ਲੈ ਕੇ ਜਿੱਥੇ ਵੀ, ਚਾਹੇ ਜਿੰਨੇ ਵੀ ਅਸੀਂ ਚੀਜ਼ਾਂ ਦੀ ਪਰਚੇਜ਼ ਕਰਦੇ ਹਾਂ, ਖਰੀਦਦਾਰੀ ਕਰਦੇ ਹਾਂ, ਤਾਂ ਉਹ ਟੈਕਸ ਜਿਹੜਾ ਹੈਗਾ ਅਸੀਂ ਦਿੰਦੇ ਹਾਂ ਸਰਕਾਰ ਦੇ ਖਾਤੇ 'ਚ ਜਾਂਦਾ ਹੈ GST ਦੇ ਰਾਹੀਂ ਜਾਂ ਹੋਰ ਤਰੀਕਿਆਂ ਦੇ ਰਾਹੀਂ। ਤਾਂ ਉਹ ਪੈਸਾ ਕਿੱਥੇ ਲੱਗ ਰਿਹਾ ਜੇ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ? ਜੇ ਆਮ ਬੰਦੇ ਜਿਹੜੇ ਅੱਜ ਕਰੋਨਾ ਦੇ ਦੌਰ ਦੇ ਵਿੱਚ ਤਰਾਹ-ਤਰਾਹ ਕਰ ਰਹੇ ਨੇ ਗਰੀਬੀ ਕਰਕੇ, ਭੁੱਖਮਰੀ ਕਰਕੇ, ਜੇ ਉਹ ਗਰੀਬ ਬੰਦੇ ਜਿਹੜੇ ਨੇ ਸੜਕਾਂ ਤੇ ਨੇ, ਤਾਂ ਉਹਨਾਂ ਤੱਕ ਜਿਹੜਾ ਹੈਗਾ ਉਹ ਪੈਸਾ ਕਿਉਂ ਨਹੀਂ ਜਾ ਰਿਹਾ? ਸੋ ਬਹੁਤ ਵੱਡੇ ਸਵਾਲ ਉਹਨਾਂ ਨੇ ਚੁੱਕੇ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਉਹ ਵਧਾਈ ਦੇ ਪਾਤਰ ਨੇ ਕਿ ਇੱਕ ਅੱਜ ਪੋਲੀਟੀਸ਼ੀਅਨ ਦੇ ਤੌਰ ਤੇ ਨਹੀਂ, ਇੱਕ ਬੁੱਧੀਜੀਵੀ ਦੇ ਤੌਰ ਤੇ ਉਹਨਾਂ ਨੇ ਬਕਾਇਦਾ ਅੰਕੜੇ ਦੇ ਕੇ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਦਰਸਾਈ ਹੈ, ਇੱਕ ਉਦਾਹਰਨ ਦੇ ਕੇ ਗੱਲ ਦੱਸੀ ਹੈ ਕਿ ਲੋਕ ਪ੍ਰਾਈਵੇਟ ਖੇਤਰਾਂ ਦੇ ਵੱਲ ਨੂੰ ਰੁਖ ਕਿਉਂ ਕਰ ਰਹੇ ਨੇ, ਪ੍ਰਾਈਵੇਟ ਪਲੇਅਰਾਂ ਦੇ ਕੋਲ ਲੋਕ ਜਾਣ ਲਈ ਮਜਬੂਰ ਕਿਉਂ ਹੋ ਰਹੇ ਨੇ। ਉਹਨਾਂ ਨੇ ਲਿਖਿਆ ਕਿ ਸਰਕਾਰੀ ਸਿੱਖਿਆ ਅਸਫਲ ਹੋਈ ਤਾਂ ਲੋਕਾਂ ਨੇ ਪ੍ਰਾਈਵੇਟ ਨੂੰ ਚੁਣਿਆ, ਜਨਤਕ ਸਿਹਤ ਪ੍ਰਬੰਧ ਅਸਫਲ ਹੋਏ ਤਾਂ ਲੋਕਾਂ ਨੇ ਕਹਿੰਦੇ ਬੀਮੇ ਕਰਵਾਏ,
ਪੀਣਯੋਗ ਪਾਣੀ ਨਾ ਰਿਹਾ ਤਾਂ ਆਰਓ ਤੇ ਬੋਤਲ ਦੀ ਪਾਣੀ ਦਾ ਅਰਬਾਂ ਦਾ ਉਦਯੋਗ ਪ੍ਰਫੁੱਲਤ ਹੋਇਆ। ਹਵਾ ਪ੍ਰਦੂਸ਼ਿਤ ਹੋਈ ਤਾਂ ਜਿਹੜੇ ਖਰੀਦ ਸਕਦੇ ਸੀ ਉਹਨਾਂ ਨੇ ਹਵਾ ਸ਼ੁੱਧ ਕਰਨ ਵਾਲੇ ਯੰਤਰ ਖਰੀਦੇ। ਯਾਨੀ ਕਿ ਉਹਨਾਂ ਨੇ ਇੱਕ ਇੱਕ ਉਦਾਹਰਨ ਦੇ ਕੇ ਦੱਸਿਆ ਕਿ ਕਿਵੇਂ ਸਰਕਾਰਾਂ ਜਿਹੜੀਆਂ ਸਾਜ਼ਿਸ਼ ਦੇ ਤਹਿਤ ਪ੍ਰਾਈਵੇਟ ਪਲੇਅਰਾਂ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਫਾਇਦਾ ਪਹੁੰਚਾ ਰਹੀਆਂ ਨੇ ਜਾਂ ਪ੍ਰਾਈਵੇਟ ਅਦਾਰਿਆਂ ਵੱਲ ਰੁਖ ਕਿਉਂ ਕਰਵਾ ਰਹੀਆਂ ਨੇ। ਤਾਂ ਦੂਜੇ ਪਾਸੇ ਉਹਨਾਂ ਨੇ ਇੱਕ ਵੱਡੀ ਗੱਲ ਇਹ ਕਹਿ ਦਿੱਤੀ ਕਿ ਸਾਨੂੰ ਰਤਾ ਰੋਕ ਕੇ ਕੁਝ ਨਵਾਂ ਸੋਚਣਾ ਪਵੇਗਾ, ਨਵੀਂ ਲੀਹ ਤੇ ਚੱਲਣਾ ਪਵੇਗਾ। ਜੇ ਹੁਣ ਨਹੀਂ ਤਾਂ ਕਦੋਂ? ਸਾਨੂੰ ਸਰਬੱਤ ਦੇ ਭਲੇ ਲਈ ਕਲਿਆਣਕਾਰੀ ਰਾਜ ਮੁੜ ਸੁਰਜੀਤ ਕਰਨਾ ਪਵੇਗਾ। ਇਹ ਉਹਨਾਂ ਦੇ ਵੱਲੋਂ ਜਿਹੜੀ ਵੱਡੀ ਗੱਲ ਕਹੀ ਗਈ ਹੈ। ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਣੀ ਚਾਹੀਦੀ ਹੈ। ਕਿਸੇ ਇੱਕਾ ਦੁੱਕਾ ਗਿਣੇ ਚੁਣੇ ਬੰਦਿਆਂ ਦੇ ਕੋਲ ਇਹ ਤਾਕਤ ਨਹੀਂ ਰਹਿਣੀ ਚਾਹੀਦੀ। ਕੀ ਕਹਿਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਇਸ ਪੂਰੇ ਬਹੁਤ ਵੱਡੀ ਜੀ ਬਹੁਤ ਵੱਡੇ ਸਵਾਲ ਸਾਡੀ ਜਿਹੜੀ ਮੌਜੂਦਾ ਡੈਮੋਕ੍ਰੇਸੀ ਹੈ ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ। ਔਰ ਸੁਖਵਿੰਦਰ ਜੀ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਭਾਰਤੀ ਲੋਕਤੰਤਰ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਵੱਡੀ ਆਬਾਦੀ ਇਸ ਮੁਲਕ ਦੇ ਵਿੱਚ ਵਸਦੀ ਹੈ। ਸੋ ਉਹਦੇ ਕਰਕੇ ਇੱਕ ਵੱਡਾ ਲੋਕਤੰਤਰ ਹੈ ਇਹਨੂੰ ਅਸੀਂ ਕਹਿ ਸਕਦੇ ਹਾਂ। ਪਰ ਉਸ ਲੋਕਤੰਤਰ ਦੀ ਇੱਕ ਜਿਹੜੀ ਗਲਤ ਜਿਹੜੀ ਚੀਜ਼ ਇਹ ਪੇਸ਼ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਇਹ ਲੋਕਤੰਤਰ ਕੁਝ ਲੋਕਾਂ ਨੇ ਇਹਨੂੰ ਹਥਿਆ ਲਿਆ ਔਰ ਉਹਦੇ ਵਿੱਚ ਜਿਹੜੇ ਅਮੀਰ ਲੋਕ ਨੇ ਖਾਸ ਤੌਰ ਤੇ ਜਿਹੜੇ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਜਿਹੜੇ ਲੋਕ ਖਰੀਦ ਸਕਦੇ ਆ ਚੀਜ਼ਾਂ ਨੂੰ ਜਿਹੜੇ ਹਵਾ ਪਾਣੀ ਠੀਕ ਹੈ ਨਾ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਉਹਨਾਂ ਨੂੰ ਖਰੀਦ ਸਕਣ ਵਾਲੇ ਜਿਹੜੇ ਲੋਕ ਨੇ ਅਮੀਰ ਤਬਕਾ ਹੈ ਅਡਾਨੀ ਨੇ ਅੰਬਾਨੀ ਨੇ ਉਹਨਾਂ ਨੇ ਇਹ ਸਾਰਾ ਮੁਲਕ ਦੀ ਜਿਹੜੀ ਇਕਨੋਮੀ ਹੈ ਉਹਨੂੰ ਆਪਣੇ ਕੰਟਰੋਲ 'ਚ ਕਰ ਲਿਆ ਔਰ ਉਹਦੇ ਪਿੱਛੇ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਕਠਪੁਤਲੀ ਬਣ ਕੇ ਰਹਿ ਗਈਆਂ ਨੇ। ਸੋ ਇਸ ਕਰਕੇ ਉਹਨਾਂ ਨੇ ਸਵਾਲ ਇਹੀ ਚੁੱਕੇ ਨੇ ਕਿ ਅਸੀਂ ਜਿਹੜਾ ਸੱਚੀ ਮੁੱਚੀ ਦਾ ਲੋਕਤੰਤਰ ਹੈ ਉਹ ਕਦੋਂ ਸਾਨੂੰ ਜਿਹੜਾ ਹੈਗਾ ਇੱਥੇ ਲਾਗੂ ਹੋਏਗਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਲੋਕਤੰਤਰ ਹੁੰਦਾ ਡੈਮੋਕ੍ਰੇਸੀ ਹੁੰਦੀ ਹੈ ਹਮੇਸ਼ਾ ਕਲਿਆਣਕਾਰੀ ਹੁੰਦੀ ਹੈ। ਇੱਕ ਅਸੀਂ ਸਾਡੀ ਜਿਹੜੀ ਧਾਰਨਾ ਰਹੀ ਹੈ ਆਜ਼ਾਦੀ ਤੋਂ ਬਾਅਦ ਅਸੀਂ ਇੱਕ ਕਲਿਆਣਕਾਰੀ ਰਾਜ ਦੇ ਤੌਰ ਤੇ ਜਾਣੇ ਜਾਂਦੇ ਹਾਂ। ਕਲਿਆਣਕਾਰੀ ਰਾਜ ਦਾ ਮਤਲਬ ਇਹ ਹੀ ਹੁੰਦਾ ਸੁਖਵਿੰਦਰ ਜੀ ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਜਿਹਦੇ ਵਿੱਚ ਹੈਲਥ ਹੁੰਦੀ ਹੈ ਜਿਹਦੇ ਵਿੱਚ ਐਜੂਕੇਸ਼ਨ ਹੁੰਦੀ ਹੈ ਜਿਹਦੇ ਵਿੱਚ ਹਵਾ ਪਾਣੀ ਸ਼ੁੱਧ ਜਿਹੜਾ ਹੈਗਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਹੋਣ ਚਾਹੇ ਸਟੇਟ ਦੀਆਂ ਸਰਕਾਰਾਂ ਹੋਣ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸ਼ੁੱਧ ਪਾਣੀ ਦਿੱਤਾ ਜਾਏ ਸ਼ੁੱਧ ਹਵਾ ਦਿੱਤੀ ਜਾਏ ਔਰ ਖਾਸ ਤੌਰ ਤੇ ਐਜੂਕੇਸ਼ਨ ਔਰ ਹੈਲਥ ਦੇ ਉੱਤੇ ਜਿਹੜਾ ਹੈਗਾ ਬਜਟ ਦਾ ਵੱਧ ਤੋਂ ਵੱਧ ਖਰਚਾ ਕੀਤਾ ਜਾਏ। ਪਰ ਅਸੀਂ ਦੇਖ ਰਹੇ ਹਾਂ ਕਿਉਂਕਿ ਮੈਂ ਖੁਦ ਐਜੂਕੇਸ਼ਨ ਨਾਲ ਸੰਬੰਧਿਤ ਹਾਂ ਐਜੂਕੇਸ਼ਨ ਦਾ ਬਜਟ ਲਗਾਤਾਰ ਘਟ ਰਿਹਾ ਹੈ ਔਰ ਜਿਹਦੇ ਕਰਕੇ ਸਾਡੇ ਜਿਹੜੇ ਖਾਸ ਤੌਰ ਤੇ ਮਾਲਵੇ ਦੇ ਜਿਹੜੇ ਬੱਚੇ ਨੇ ਉਹ ਪ੍ਰਾਈਵੇਟ ਪੜ੍ਹਨ ਦੇ ਲਈ ਜਾਂ ਪ੍ਰਾਈਵੇਟ ਸਕੂਲਾਂ ਕਾਲਜਾਂ 'ਚ ਜਾਣ ਦੇ ਲਈ ਮਜਬੂਰ ਹੋ ਰਹੇ ਨੇ ਜਾਂ ਇੱਥੋਂ ਤੱਕ ਕਿ ਹੁਣ ਤਾਂ ਆਲਮ ਇਹ ਹੋ ਚੁੱਕਿਆ ਸੁਖਵਿੰਦਰ ਜੀ ਕਿ ਸਾਡਾ ਜਿਹੜਾ ਮਾਲਵੇ ਦਾ ਕਿਸੇ ਵੇਲੇ ਦੁਆਬੇ ਤੇ ਮਾਝੇ ਦੇ ਲੋਕ ਜਾਂਦੇ ਸੀ ਬਾਹਰ ਫੋਰਨ ਦੇ ਵਿੱਚ ਅੱਜ ਮਾਲਵਾ ਜਿਹੜਾ ਹੈਗਾ ਉਹ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਐਜੂਕੇਸ਼ਨ ਹੈਲਥ ਜਾਂ ਹੋਰ ਜਿਹੜਾ ਸਮਾਜਿਕ ਸਿਸਟਮ ਹੈ ਉਹ ਵਧੀਆ ਨਾ ਹੋਰ ਕਰਕੇ ਇੱਥੋਂ ਬਾਹਰ ਜਾਣ ਲਈ ਤਰਲੇ ਲੈ ਰਿਹਾ ਔਰ ਅੱਜ ਲਗਭਗ 12,000 ਆਈਲੈਟ ਸੈਂਟਰ ਲਗਭਗ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਸਥਾਪਿਤ ਹੋ ਚੁੱਕੇ ਨੇ ਔਰ ਉਹਨਾਂ ਦਾ ਮਕਸਦ ਇਹੀ ਹੈ ਕਿ ਇੱਥੋਂ ਲੋਕਾਂ ਨੂੰ ਆਈਲੈਟਸ ਦੇ ਜਿਹੜੇ ਉਹ ਟੈਸਟ ਪਾਸ ਕਰਵਾਓ ਤੇ ਬਾਹਰ ਭੇਜੋ ਸਾਡੇ ਨੌਜਵਾਨਾਂ ਨੂੰ। ਸੋ ਇਹ ਜਿਹੜੀ ਚੀਜ਼ 11 ਕਰੋੜ ਰੁਪਏ ਜਿਹੜਾ ਕਹਿੰਦੇ ਚੱਲਿਆ ਲਗਭਗ ਜੀ ਅਰਬਾਂ ਰੁਪਇਆ ਬਾਹਰਲੇ ਦੇਸ਼ਾਂ ਜਾਂਦਾ ਪੰਜਾਬ ਦਾ ਬਿਲਕੁਲ ਅਰਬਾਂ ਰੁਪਇਆ ਸਾਡਾ ਜਿਹੜਾ ਹੈਗਾ ਬਾਹਰਲੇ ਮੁਲਕਾਂ 'ਚ ਜਾ ਰਿਹਾ। ਸੋ ਇਸ ਵੱਡੇ ਸਵਾਲ ਅੱਜ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਚੁੱਕੇ ਨੇ। ਜੇ ਉਹਨਾਂ ਨੇ ਇਹੀ ਕਿਹਾ ਕਿ ਡੈਮੋਕ੍ਰੇਸੀ ਦਾ ਕੀ ਮਤਲਬ ਹੈ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਜਾਣ ਸਰਕਾਰਾਂ ਲੋਕਾਂ ਨੂੰ ਐਜੂਕੇਸ਼ਨ ਨਾ ਦੇ ਸਕਣ ਸਰਕਾਰਾਂ ਲੋਕਾਂ ਨੂੰ ਚੰਗੀ ਹੈਲਥ ਨਾ ਦੇ ਸਕਣ ਸਰਕਾਰਾਂ ਲੋਕਾਂ ਨੂੰ ਚੰਗਾ ਪਾਣੀ ਨਾ ਦੇ ਸਕਣ ਸਰਕਾਰਾਂ ਲੋਕਾਂ ਨੂੰ ਹਵਾ ਸ਼ੁੱਧ ਨਾ ਦੇ ਸਕਣ। ਸੋ ਇਸ ਕਰਕੇ ਵੱਡੇ ਸਵਾਲ ਉਹਨਾਂ ਨੇ ਇਹੀ ਚੁੱਕੇ ਨੇ ਕਿ ਅੱਜ ਅਸੀਂ ਕਦੋਂ ਜਾਗਾਂਗੇ। ਉਹਨਾਂ ਨੇ ਇਹੀ ਵੀ ਕਿਹਾ ਕਿ ਹੁਣ ਜਾਗਣ ਦਾ ਵੇਲਾ ਹੈ ਹੁਣ ਕੋਈ ਨਵੀਆਂ ਗੱਲਾਂ ਕਰਨ ਦਾ ਸਮਾਂ ਹੈ ਕਿਉਂਕਿ ਹੁਣ ਇਲੈਕਸ਼ਨਾਂ ਜਿਹੜੀਆਂ ਨੇ 22 ਦੀਆਂ ਚੋਣਾਂ ਸਿਰ ਤੇ ਨੇ। ਸੋ ਆਓ ਆਪਾਂ ਮਿਲ ਕੇ ਉਹਨਾਂ ਨੇ ਕਿਹਾ ਕਿ ਨਵਾਂ ਸੋਚੀਏ ਨਵਾਂ ਕਰੀਏ ਔਰ ਨਵਾਂ ਨਵੇਂ ਕਲਿਆਣਕਾਰੀ ਰਾਜ ਦੀ ਖਾਸ ਤੌਰ ਤੇ ਗੱਲ ਕੀਤੀ ਕਹਿੰਦੇ ਕਿ ਨਵਾਂ ਕਲਿਆਣਕਾਰੀ ਰਾਜ ਜਿਹੜਾ ਆਪਾਂ ਨੂੰ ਸਾਬਿਤ ਕਰਨਾ ਚਾਹੀਦਾ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਗਿਣਿਆਂ ਚਿਣਿਆਂ ਲੋਕਾਂ ਦੇ ਕੋਲੇ ਲੋਕਾਂ ਦੀ ਜਿਹੜੀ ਤਾਕਤ ਹੈ ਉਹ ਗਹਿਣੇ ਨਹੀਂ ਰੱਖਣੀ ਚਾਹੀਦੀ। ਕਿੱਧਰ ਨੂੰ ਇਸ਼ਾਰਾ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ? ਉਹ ਇਹੀ ਇਸ਼ਾਰਾ ਕਰ ਰਹੇ ਨੇ ਕਿ ਜਿਵੇਂ ਮੰਨ ਲਓ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਸੱਤਾ 'ਚ ਆਈ ਔਰ ਕਾਂਗਰਸ ਨੇ ਆ ਕੇ ਕੀ ਕੀਤਾ ਬੇਸ਼ੱਕ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਔਰ ਉਹਨਾਂ ਨੇ ਵੀ ਕਿਹਾ ਕਿ ਅਸੀਂ ਹੈਲਥ ਨੂੰ ਠੀਕ ਕਰਾਂਗੇ
ਅਸੀਂ ਬਿਜਲੀ ਜਿਹੜੀ ਹੈਗੀ ਸਸਤੀ ਕਰ ਦਿਆਂਗੇ। ਯਾਨੀ ਕਿ ਕਲਿਆਣਕਾਰੀ ਰਾਜ ਦਾ ਇੱਕ ਅਖੌਤੀ ਉਹਨਾਂ ਨੇ ਨਾਰਾ ਦਿੱਤਾ, ਪਰ ਹੋਇਆ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੈ। ਔਰ ਇਹਦੇ ਵੱਲ ਉਹਨਾਂ ਦਾ ਇਸ਼ਾਰਾ ਹੈ ਕਿ ਇਹ ਸੱਤਾ ਜਿਹੜੀ ਹੈਗੀ ਆ ਕੁਝ ਲੋਕਾਂ ਨੇ ਹਥਿਆ ਲਈ, ਕੁਝ ਲੋਕਾਂ ਦੇ ਕੰਟਰੋਲ ਚ ਆ ਲਈ। ਜੇ ਉਹਨਾਂ ਦਾ ਇਸ਼ਾਰਾ ਇਹ ਵੀ ਹੈ ਕਿ ਮੰਨ ਲਓ ਕੇਂਦਰ ਸਰਕਾਰ ਜਿਹੜੀ ਹੈਗੀ ਹੈ, ਕੇਂਦਰ ਸਰਕਾਰ ਅਡਾਨੀ ਔਰ ਅਬਾਨੀਆਂ ਦੇ ਇਸ਼ਾਰੇ ਦੇ ਉੱਤੇ ਇਦਾਂ ਦੇ ਕਾਲੇ ਕਾਨੂੰਨ ਪਾਸ ਕਰ ਰਹੀ ਹੈ। ਔਰ ਉਹਨਾਂ ਦਾ ਮਤਲਬ ਇਹੀ ਹੈ ਕਿ ਜਿਹੜੇ ਕੁਝ ਲੋਕ ਨੇ, ਕੁਝ ਜਿਹੜੇ ਅਮੀਰ ਤਬਕੇ ਨੇ, ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਸਾਡੀਆਂ ਜਿਹੜੀਆਂ ਚਾਹੇ ਸੈਂਟਰ ਦੀਆਂ ਸਰਕਾਰਾਂ ਹੋਣ ਚਾਹੇ ਸਟੇਟ ਦੀਆਂ ਸਰਕਾਰਾਂ ਹੋਣ, ਲਗਾਤਾਰ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੀਆਂ ਨੇ, ਉਹਨਾਂ ਦੀ ਕਠਪੁਤਲੀ ਬਣੀ ਹੋਈਆਂ ਨੇ। ਸੋ ਇਸ ਕਰਕੇ ਸਾਨੂੰ ਅੱਜ ਸੋਚਣ ਦਾ ਸਮਾਂ ਇਹ ਹੈ ਕਿ ਜਿਹੜੀ ਸੱਤਾ ਹੈ ਉਹ ਆਮ ਲੋਕਾਂ ਤੱਕ ਪਹੁੰਚੇ। ਔਰ ਸੱਤਾ ਦਾ ਮਤਲਬ ਉਹਨਾਂ ਦਾ ਇਹੀ ਹੈ ਕਿ ਕਲਿਆਣਕਾਰੀ ਰਾਜ। ਸੱਤਾ ਦਾ ਮਤਲਬ ਇਹ ਹੈ ਕਿ ਕਲਿਆਣਕਾਰੀ ਦਾ ਮਤਲਬ ਇਹੀ ਹੈ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਵੀ ਸੁਖਵਿੰਦਰ ਜੀ, ਆਪਾਂ ਇਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ ਕਿ ਜਿਹੜਾ ਸਾਡਾ ਸੰਵਿਧਾਨ ਦੀ ਪ੍ਰੀਐਂਬਲ ਹੈ, ਜਿਹੜਾ ਸਾਰ ਹੈ, ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਲਿਖਿਆ ਗਿਆ ਕਿ ਭਾਰਤੀ ਸਮਾਜ ਦਾ ਜਿਹੜਾ ਸਮਾਜ ਹੋਏਗਾ ਇੱਕ ਕਲਿਆਣਕਾਰੀ ਸਮਾਜ ਹੋਏਗਾ, ਇੱਕ ਸੋਸ਼ਲਿਸਟਿਕ ਸਮਾਜ ਹੋਏਗਾ, ਸਮਾਜਵਾਦੀ ਸਮਾਜ ਹੋਏਗਾ। ਔਰ ਬਕਾਇਦਾ ਤੌਰ ਤੇ ਇਹ ਲਾਈਨਾਂ ਲਿਖੀਆਂ ਗਈਆਂ ਨੇ, ਸ਼ਬਦ ਪਾਏ ਗਏ ਨੇ। ਇਹਦਾ ਮਤਲਬ ਇਹੀ ਹੈ ਕਿ ਸਮਾਜਵਾਦੀ ਔਰ ਕਲਿਆਣਕਾਰੀ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਬੁਨਿਆਦੀ ਲੋੜਾਂ ਨੇ ਮਨੁੱਖ ਦੀਆਂ, ਜਿਹਦੇ ਵਿੱਚ ਸਾਡੀ ਐਜੂਕੇਸ਼ਨ ਆਉਂਦੀ ਹੈ, ਹੈਲਥ ਆਉਂਦੀ ਹੈ, ਔਰ ਵਿਸ਼ੇਸ਼ ਤੌਰ ਤੇ ਸਾਡਾ ਜਿਹੜਾ ਅਸੀਂ ਜਿਹੜੀਆਂ ਬੁਨਿਆਦੀ ਲੋੜਾਂ, ਆਪਾਂ ਬਿਜਲੀ ਹੋ ਗਿਆ, ਪਾਣੀ ਹੋ ਗਿਆ, ਸ਼ੁੱਧ ਹਵਾ ਹੋ ਗਿਆ, ਇਹਦੀ ਜ਼ਿੰਮੇਵਾਰੀ ਸਰਕਾਰਾਂ ਨੂੰ ਦੇਣ ਦੀ ਬਣਦੀ ਹੈ। ਸੋ ਜੇ ਅੱਜ ਸਰਕਾਰਾਂ ਭੱਜ ਰਹੀਆਂ ਨੇ, ਜੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਤੁਹਾਡੀਆਂ ਅਡਾਨੀ ਅਬਾਨੀ ਕੋਲੇ ਸਾਰਾ ਕੁਝ ਵੇਚ ਦੇਣਾ ਹੈ ਔਰ ਸਾਰਾ ਕੁਝ ਗਹਿਣੇ ਕਰ ਦੇਣਾ ਹੈ, ਔਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਾਂ ਦੇਖ ਰਹੇ ਹਾਂ, ਚਾਹੇ ਰੇਲਸ ਹੋਣ, ਚਾਹੇ ਸਾਡਾ ਬੀਮਾ ਕੰਪਨੀਆਂ ਹੋਣ, ਜਾਂ ਸਾਡੇ ਜਿਹੜੇ ਇੱਥੋਂ ਤੱਕ ਕਿ ਜਿਹੜੇ ਐਰੋਡਰਮਸ ਨੇ ਜਾਂ ਐਰੋਪਲੇਨਸ ਜਿਹੜੇ ਨੇ, ਜਾਂ ਉਹ ਜਿਹੜੇ ਹਵਾਈ ਅੱਡੇ ਨੇ, ਉੱਥੋਂ ਤੱਕ ਸਾਰਾ ਕੁਝ ਉਹਨਾਂ ਨੇ ਵੇਚ ਦਿੱਤਾ ਹੈ। ਇੱਥੋਂ ਤੱਕ ਕਿ ਸਾਡਾ ਲਾਲ ਕਿਲ੍ਹਾ ਤੱਕ ਜਿਹੜਾ ਹੈਗਾ ਗਹਿਣੇ ਪੈ ਗਿਆ। ਸੋ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਹੈ, ਨਵਜੋਤ ਸਿੰਘ ਸਿੱਧੂ ਦਾ, ਕਿ ਭਾਈ ਇਹ ਮਾੜੀਆਂ ਗੱਲਾਂ ਹੋ ਰਹੀਆਂ ਨੇ, ਇਹ ਕੋਈ ਕਲਿਆਣਕਾਰੀ ਰਾਜ ਨਹੀਂ ਹੈ, ਇਹ ਕੋਈ ਸਮਾਜਵਾਦੀ ਰਾਜ ਨਹੀਂ ਹੈ, ਇਹ ਕੋਈ ਭਾਰਤੀ ਜਿਹੜਾ ਹੈਗਾ ਲੋਕਤੰਤਰ ਬਾਰੇ ਜਿਹੜੇ ਸਾਡੇ ਪੁਰਖਿਆਂ ਨੇ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸੀ, ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਿਹੜੇ ਫਾਂਸੀਆਂ ਤੇ ਲਟਕੇ ਸੀਗੇ, ਉਹ ਕੋਈ ਏਦਾਂ ਦੇ ਸਮਾਜ ਦੇ ਲਈ ਨਹੀਂ ਸੀ ਲਟਕੇ ਕਿ ਕੁਝ ਲੋਕਾਂ ਕੋਲੇ ਸੱਤਾ ਚਲੀ ਜਾਏ, ਕੁਝ ਲੋਕਾਂ ਕੋਲੇ ਤਾਕਤ ਚਲੀ ਜਾਏ। ਸੋ ਇਸ ਕਰਕੇ ਉਹਨਾਂ ਨੇ ਇਹੀ ਕਿਹਾ ਕਿ ਅਸਲੀ ਜਿਹੜੀ ਡੈਮੋਕ੍ਰੇਸੀ, ਜਿੰਨਾ ਕਰਕੇ ਸਾਡੇ ਪੁਰਖਿਆਂ ਨੇ ਸ਼ਹੀਦੀਆਂ ਪਾਈਆਂ ਸੀਗੀਆਂ, ਉਹ ਅਸਲੀ ਡੈਮੋਕ੍ਰੇਸੀ ਉਦੋਂ ਆਏਗੀ ਜਦੋਂ ਇਹ ਜਿਹੜੀ ਸੱਤਾ ਹੈ ਆਮ ਲੋਕਾਂ ਤੱਕ ਪਹੁੰਚੇਗੀ। ਇਹਦਾ ਕਲਿਆਣਕਾਰੀ ਜਿਹੜਾ ਹੈਗਾ ਪਿਊਰੈਸਟ ਆਫ ਦਾ ਪੂਅਰ, ਯਾਨੀ ਕਿ ਗਰੀਬ ਤੋਂ ਗਰੀਬ ਜਿਹੜਾ ਬੰਦਾ ਹੈ, ਜਦੋਂ ਉਹਦੇ ਤੱਕ ਤਾਕਤ ਪਹੁੰਚੇਗੀ, ਉਹੀ ਅਸਲੀ ਜਿਹੜੀ ਹੈਗੀ ਆਜ਼ਾਦੀ ਦਾ ਨਿੱਘ ਮਾਣ ਸਕਾਂਗੇ ਉਦੋਂ ਅਸੀਂ। ਸੋ ਇਸ ਕਰਕੇ ਜਿਹੜੀ ਆਜ਼ਾਦੀ ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ, ਇਹਦੇ ਵਿੱਚ ਜੇ ਆਪਾਂ ਇਹ ਬਿਟਵੀਨ ਦਾ ਲਾਈਨਸ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹਦਾ ਮਤਲਬ ਇਹੀ ਹੈ ਕਿ ਅਜੇ ਤੱਕ ਆਮ ਲੋਕਾਂ ਤੱਕ ਆਜ਼ਾਦੀ ਦਾ ਜਿਹੜਾ ਇੱਕ ਸੁਪਨਾ ਸਾਡਾ ਸੀਗਾ, ਉਹ ਅਜੇ ਤੱਕ ਉਹਦਾ ਨਹੀਂ ਪਹੁੰਚਿਆ। ਸੋ ਇਸ ਕਰਕੇ ਜਿੰਨੀ ਦੇਰ ਅਸੀਂ ਆਮ ਬੰਦੇ ਨੂੰ, ਆਮ ਜਿਹੜਾ ਪੂਰੈਸਟ ਆਫ ਦਾ ਪੂਰ ਹੈ, ਗਰੀਬ ਤੋਂ ਗਰੀਬ ਹੈ, ਉਸ ਤੱਕ ਅਸੀਂ ਜਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਲੈ ਕੇ ਜਾਵਾਂਗੇ, ਐਜੂਕੇਸ਼ਨ ਨਹੀਂ ਲੈ ਕੇ ਜਾਵਾਂਗੇ, ਹੈਲਥ ਨਹੀਂ ਲੈ ਕੇ ਜਾਵਾਂਗੇ, ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਵਾਤਾਵਰਨ ਅਸੀਂ ਨਹੀਂ ਕਰਾਂਗੇ, ਤਾਂ ਉਦੋਂ ਤੱਕ ਡੈਮੋਕ੍ਰੇਸੀ ਦੇ ਜਿਹੜੇ ਅਰਥ ਨੇ ਉਹ ਅਧੂਰੇ ਨੇ। ਸੋ ਇਸ ਕਰਕੇ ਇਹ ਅਰਥ ਤਾਂ ਹੀ ਸਹੀ ਮਾਇਨਿਆਂ ਦੇ ਵਿੱਚ ਕੰਪਲੀਟ ਹੁੰਦੇ ਨੇ, ਸਹੀ ਮਾਇਨਿਆਂ 'ਚ ਮੁਕੰਮਲ ਹੁੰਦੇ ਨੇ, ਜਦੋਂ ਇਹ ਸਾਰੀਆਂ ਸਹੂਲਤਾਂ ਅਸੀਂ ਆਮ ਲੋਕਾਂ ਤੱਕ ਪਹੁੰਚਦੀਆਂ ਕਰਾਂਗੇ। ਸੋ ਅੱਜ ਦੇ ਦੌਰ ਦੇ ਵਿੱਚ ਉਹਨਾਂ ਨੇ, ਮੈਨੂੰ ਲੱਗਦਾ ਕਿ ਇਹਨਾਂ ਟਵੀਟਾਂ ਦੇ ਰਾਹੀਂ ਬਹੁਤ ਹੀ ਇੱਕ ਜਿਹੜਾ ਹੈਗਾ ਇੰਟੈਲੈਕਚੁਅਲ, ਜਿਹੜੇ ਨੇ ਇੰਟੈਲੈਕਚੁਅਲ ਦੀ ਤਰ੍ਹਾਂ ਬਿਹੇਵ ਕੀਤਾ ਹੈ, ਇੰਟੈਲੈਕਚੁਅਲ ਵਾਂਗੂ। ਕਿਵੇਂ ਦੇਖਦੇ ਹੋ ਕਿ ਸਰਕਾਰਾਂ ਨੂੰ ਹੁਣ ਦੋਵਾਂ ਨੂੰ, ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ, ਦੋਵਾਂ ਨੂੰ ਪੈਰਲਲ ਘੇਰਨਾ ਸ਼ੁਰੂ ਕਰ ਦਿੱਤਾ? ਕਿਵੇਂ ਦੇਖਦੇ ਹੋ ਕਿ ਦੋਨਾਂ ਨੂੰ ਟਾਰਗੇਟ ਕਰ ਰਹੇ ਨੇ? ਹੁਣ ਨਵਜੋਤ ਸਿੰਘ ਸਿੱਧੂ ਪਹਿਲਾਂ ਤਾਂ ਸਿਰਫ ਇੱਕ ਕਰਕੇ ਘੇਰ ਰਹੇ ਸੀਗੇ ਕਿ ਪਹਿਲਾਂ ਕਿਤੇ ਕੇਂਦਰ ਸਰਕਾਰ ਨੂੰ ਘੇਰ ਦਿੰਦੇ ਸੀ ਖੇਤੀਬਾੜੀ ਦੇ ਮੁੱਦੇ ਨੂੰ ਲੈ ਕੇ ਤੇ ਰੇਲਵੇ ਦੇ ਮੁੱਦੇ ਨੂੰ ਲੈ ਕੇ, ਤੇ ਕਿਤੇ ਜਿਹੜਾ ਹੈਗਾ ਆਪਣੇ ਪੰਜਾਬ ਸਰਕਾਰ ਨੂੰ ਘੇਰ ਦਿੰਦੇ ਸੀ। ਹੁਣ ਜਿਸ ਤਰੀਕੇ ਨਾਲ ਸਵਾਲ ਚੁੱਕੇ ਨੇ, ਇਹ ਸਵਾਲ ਕਿਤੇ ਨਾ ਕਿਤੇ ਦੋਨਾਂ ਸਰਕਾਰਾਂ ਦੇ ਨਾਲ, ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਜੁੜੇ ਹੋਏ ਆ। ਕੀ ਲੱਗਦਾ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੈਰਲਲ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਦੋਵਾਂ ਸਰਕਾਰਾਂ ਨੂੰ? ਸੁਖਵਿੰਦਰ ਜੀ, ਜਦੋਂ ਅਸੀਂ ਅੱਜ ਦੇ ਮੌਜੂਦਾ ਹਾਲਾਤ ਦੇ ਉੱਤੇ ਨਜ਼ਰਸਾਨੀ ਕਰਦੇ ਹਾਂ, ਖਾਸ ਤੌਰ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਤਾਂ ਜੇ ਪੰਜਾਬ ਅੱਜ ਇੱਥੋਂ ਤੱਕ ਪਹੁੰਚਿਆ ਹੈ, ਜੇ ਅੱਜ ਪੰਜਾਬ ਦੀ ਐਜੂਕੇਸ਼ਨ ਜਿਹੜੀ ਹੈਗੀ ਹੈ ਨਿਗਾਰ ਵੱਲ ਹੈ, ਜੇ ਅੱਜ ਪੰਜਾਬ ਦੀ ਹੈਲਥ ਨਿਗਾਰ ਵੱਲ ਹੈ, ਜਾਂ ਪੰਜਾਬ ਦਾ ਜਿਹੜਾ ਹੋਰ ਗਵਰਨੈਂਸ ਹੈ
ਉਹ ਨਿਗਾਰ ਵੱਲ ਹੈ। ਤਾਂ ਇਹਦੇ ਵਿੱਚ ਆਪਾਂ ਇੱਕ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਟੇਟ ਦੀ ਜਿਹੜੀ ਸਰਕਾਰ ਹੈ ਉਹ ਕੱਲੀ ਜ਼ਿੰਮੇਵਾਰ ਹੈ। ਇਹਦੇ ਵਿੱਚ ਦੋਵਾਂ ਪਾਸਿਆਂ ਦੀਆਂ ਨੀਤੀਆਂ, ਸੈਂਟਰ ਦੀਆਂ ਜਿਹੜੀ ਸੈਂਟਰ ਸਰਕਾਰਾਂ ਦੀਆਂ ਨੀਤੀਆਂ ਵੀ ਇਹਦੇ ਵਿੱਚ ਜ਼ਿੰਮੇਵਾਰ ਨੇ, ਔਰ ਇਹਦੇ ਵਿੱਚ ਜਿਹੜੀਆਂ ਸਟੇਟ ਸਰਕਾਰ ਨੀਤੀਆਂ ਬਣਾਉਂਦੀ ਹੈ ਉਹ ਵੀ ਜ਼ਿੰਮੇਵਾਰ ਨੇ। ਸੋ ਨਵਜੋਤ ਸਿੰਘ ਸਿੱਧੂ ਦਾ ਕਹਿਣ ਦਾ ਮਤਲਬ ਇਹੀ ਹੈ ਕਿ ਹੁਣ ਤੱਕ ਜੇ ਇੱਥੋਂ ਤੱਕ ਪੰਜਾਬ ਪਹੁੰਚਿਆ ਹੈ ਤਾਂ ਉਹਦੇ ਲਈ ਦੋਵੇਂ ਧਿਰਾਂ ਹੀ ਜ਼ਿੰਮੇਵਾਰ ਨੇ। ਅੱਜ ਵੀ ਤੁਸੀਂ ਦੇਖੋ ਕਿ ਅੱਜ ਵੀ ਜਦੋਂ ਖੇਤੀਬਾੜੀ ਦੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਉਹ ਸੈਂਟਰ ਬਣਾ ਰਹੀ ਹੈ, ਔਰ ਸੈਂਟਰ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ। ਔਰ ਉਸ ਨੂੰ ਆਪਾਂ ਨੂੰ, ਜੇ ਆਪਾਂ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਤਾਂ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀ ਕਾਂਗਰਸ ਨੇ ਵੱਡੇ ਵੱਡੇ ਵਾਅਦੇ ਜਿਹੜੇ ਸੀਗੇ ਕੀਤੇ ਸੀਗੇ, ਪਰ ਉਹਦੇ ਚ ਪੂਰਾ ਕੁਝ ਨਹੀਂ ਹੁੰਦਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਮਤਲਬ ਇਹੀ ਹੈ ਕਿ ਜਿੱਥੇ ਸਾਡੀ ਸਟੇਟ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਨੂੰ ਇੱਥੋਂ ਤੱਕ ਪਹੁੰਚਾਉਣ ਲਈ, ਉੱਥੇ ਸਾਡੀਆਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਹੁਣ ਤੱਕ ਰਹੀਆਂ ਨੇ, ਉਹਨਾਂ ਨੇ ਵੀ ਆਪਣੀ ਪੂਰੀ ਤਨਦੇਹੀ ਦੇ ਨਾਲ ਲੋਕਾਂ ਨੂੰ ਲੁੱਟਣ ਔਰ ਕੁੱਟਣ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਹੈ। ਸੋ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਹੀ ਇਮਾਨਦਾਰੀ ਦੇ ਨਾਲ ਔਰ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਇੰਟੈਲੈਕਚੁਅਲ ਜਿਹੜੀ ਹੈਗੀ ਆ ਗੱਲਬਾਤ ਦੇ ਰਾਹੀਂ ਇਹ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਇੱਕ ਸਰਕਾਰ ਦੀ ਨਹੀਂ ਜ਼ਿੰਮੇਵਾਰੀ, ਕੱਲੀ ਸਟੇਟ ਜਾਂ ਸੈਂਟਰ ਦੀ ਨਹੀਂ ਹੈ, ਸਗੋਂ ਦੋਨਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਔਰ ਦੋਨਾਂ ਦੇ ਖਿਲਾਫ ਜਿਹੜਾ ਹੈਗਾ, ਆਪਾਂ ਨੂੰ ਪਤਾ ਹੈ ਕਿ ਅੱਜ ਸਾਡਾ ਪੰਜਾਬ ਦਾ ਕਿਸਾਨ ਸੈਂਟਰ ਦੇ ਖਿਲਾਫ ਜਿਹੜਾ ਹੈਗਾ ਲੜਾਈ ਲੜ ਰਿਹਾ ਹੈ, ਔਰ ਆਮ ਲੋਕ ਜਿਹੜੇ ਨੇ ਇਸ ਗੱਲ ਨੂੰ ਦੁਖੀ ਨੇ ਕਿ ਸਾਡੀਆਂ ਜਿਹੜੀਆਂ ਸਟੇਟ ਦੀਆਂ ਸਰਕਾਰ ਹੈ, ਖਾਸ ਤੌਰ ਤੇ ਇਸ ਵੇਲੇ ਕੈਪਟਨ ਦੀ ਸਰਕਾਰ ਹੈ, ਉਹ ਵੀ ਕੋਈ ਆਪਣੀ ਜ਼ਿੰਮੇਵਾਰੀ ਪੂਰੀ ਜਿਹੜੀ ਤਨਦੇਹੀ ਦੇ ਨਾਲ ਨਹੀਂ ਨਿਭਾ ਰਹੀ। ਸੋ ਦੋਨਾਂ ਵੱਲ ਇਸ਼ਾਰਾ ਜਿਹੜਾ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਇੱਕ ਚੰਗਾ ਟਵੀਟ ਇਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਵਧੀਆ ਇੰਟੈਲੈਕਚੁਅਲ ਟਵੀਟ ਜਿਹੜਾ ਹੈਗਾ ਉਹਦੀ ਪੱਧਰ ਤੇ ਉੱਤੇ ਉਹਨਾਂ ਨੇ ਪੇਸ਼ ਕੀਤਾ ਹੈ। ਸੁਖਵਿੰਦਰ ਜੀ, ਕਲਿਆਣਕਾਰੀ ਰਾਜ ਦੀ ਜਿਹੜੀ ਉਹਨਾਂ ਦੇ ਵੱਲੋਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇੱਕ ਵਧੀਆ ਰਾਜ ਸਥਾਪਿਤ ਕਰਨ ਦੀ ਵੀ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ। ਬਿਲਕੁਲ ਇਹੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਨਵਾਂ ਸੋਚ ਕੇ ਇੱਕ ਕਲਿਆਣਕਾਰੀ ਰਾਜ ਬਣਾਉਣਾ ਚਾਹੁੰਦੇ ਹਾਂ। ਕਲਿਆਣਕਾਰੀ ਦਾ ਮਤਲਬ ਇਹੀ ਹੈ ਕਿ ਜਿਸ ਕਿਸਮ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੇ, ਬੁਨਿਆਦੀ ਲੋੜਾਂ ਕੀ ਨੇ ਇਸ ਵੇਲੇ? ਬੁਨਿਆਦੀ ਲੋੜਾਂ ਇੱਕ ਐਜੂਕੇਸ਼ਨ ਹੈ ਕਿ ਲੋਕਾਂ ਨੂੰ ਵਧੀਆ ਐਜੂਕੇਸ਼ਨ ਫ੍ਰੀ ਮਿਲੇ, ਔਰ ਵਧੀਆ ਹੈਲਥ ਜਿਹੜੀ ਹੈਗੀ, ਆਪਾਂ ਨੂੰ ਪਤਾ ਹੈ ਕਿ ਕਰੋਨਾ ਵਰਗੀ ਮਹਾਮਾਰੀ ਦੇ ਦੌਰ ਦੇ ਵਿੱਚ ਜੇ ਹੈਲਥ ਸਾਡੀ ਨਹੀਂ ਵਧੀਆ ਹੋਏਗੀ ਤਾਂ ਅਸੀਂ ਕੰਮ ਕਿਵੇਂ ਕਰਾਂਗੇ। ਸੋ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਕਲਿਆਣਕਾਰੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਰੁਜ਼ਗਾਰ ਦੀ ਗਰੰਟੀ ਹੁੰਦੀ ਹੈ, ਉਹਦੇ ਵਿੱਚ ਹੈਲਥ ਔਰ ਐਜੂਕੇਸ਼ਨ ਦੀ ਗਰੰਟੀ ਹੁੰਦੀ ਹੈ, ਔਰ ਉਹਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਕਹੀਏ ਕਿ ਪੂਅਰੈਸਟ ਆਫ ਦਾ ਪੂਅਰ, ਯਾਨੀ ਕਿ ਜਿਹੜੇ ਸਾਡੇ ਦਲਿਤ ਭਰਾ ਨੇ, ਗਰੀਬ ਤਬਕਾ ਹੈ ਪੰਜਾਬ ਦਾ, ਉਹਨਾਂ ਨੂੰ ਉੱਚਾ ਚੁੱਕਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਤਾਂ ਹੀ ਅਸੀਂ ਉਹਨਾਂ ਕਲਿਆਣਕਾਰੀ ਰਾਜ ਜਿਹੜਾ ਹੈਗਾ ਸਥਾਪਿਤ ਹੋ ਸਕਦਾ ਹੈ। ਸੋ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਇੱਕ ਐਸਾ ਏਜੰਡਾ ਲਿਆਂਦਾ ਜਾਏ ਜਿਹੜਾ ਕਿ ਸੱਚੀ ਮੁੱਚੀ ਕਲਿਆਣਕਾਰੀ ਹੋਵੇ, ਔਰ ਪੰਜਾਬ ਦੇ ਆਮ ਲੋਕਾਂ ਤੱਕ ਉਹ ਏਜੰਡਾ ਪਹੁੰਚੇ, ਔਰ ਪੰਜਾਬ ਦੇ ਲੋਕ ਜਿਹੜੇ ਨੇ ਉਹਦੇ ਰਾਹੀਂ ਐਜੂਕੇਸ਼ਨ, ਹੈਲਥ ਔਰ ਬਾਕੀ ਜਿਹੜੀਆਂ ਚੀਜ਼ਾਂ, ਹਵਾ ਪਾਣੀ, ਜਿਹੜਾ ਸ਼ੁੱਧਤਾ ਦੀ ਗੱਲ ਉਹਨਾਂ ਤੱਕ ਜਾਵੇ, ਔਰ ਪੰਜਾਬ ਜਿਵੇਂ ਪਹਿਲਾਂ ਵਾਂਗ ਇੱਕ ਨੰਬਰ ਦਾ ਸੂਬਾ ਸੀਗਾ ਕਿਸੇ ਵੇਲੇ, ਉਹ ਫਿਰ ਦੁਬਾਰਾ ਜਿਹੜਾ ਹੈਗਾ ਖੁਸ਼ਹਾਲ ਪੰਜਾਬ ਬਣੇ, ਇੱਕ ਉਜਲਾ ਪੰਜਾਬ ਬਣੇ, ਇੱਕ ਨਵਾਂ ਪੰਜਾਬ ਜਿਹੜਾ ਹੈਗਾ ਬਣਾਉਣ ਦੀ ਇੱਕ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਲਿਆਣਕਾਰੀ ਰਾਜ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਜੀ ਦੁਆਰਾ। ਦਬਣ ਵਾਲੇ ਨਹੀਂ, ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਬਮੀ ਆਵਾਜ਼ ਦੇ ਵਿੱਚ ਆਪਾਂ ਕਹਿ ਦਈਏ ਜਾਂ ਆਪਾਂ ਕਹਿ ਦਈਏ ਕਿ ਸਿੱਧੇ ਤੌਰ ਤੇ ਨਵੀਂ ਜੰਗ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ। ਬਿਲਕੁਲ, ਉਹ ਪਹਿਲਾਂ ਵੀ ਦੇਖੋ, ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਟਵੀਟਾਂ ਦੇ ਰਾਹੀਂ ਵੀ ਉਹ ਜੰਗ ਦਾ ਐਲਾਨ ਜੰਗ ਕਰ ਚੁੱਕੇ ਨੇ। ਸੋ ਇਸ ਟਵੀਟ ਦੇ ਵਿੱਚੋਂ ਵੀ ਉਹ ਨਵੀਂ ਜੰਗ ਦਾ ਐਲਾਨ ਕਰਨਾ ਚਾਹੁੰਦੇ ਨੇ। ਪਰ ਆਪਾਂ ਨੂੰ ਇਸ ਗੱਲ ਦਾ ਇੱਕ ਵੱਖਰਾ ਜਿਹੜਾ ਟਵੀਟ ਇਸ ਲਈ ਮੰਨਦੇ ਆ ਇਹ ਕਿ ਉਹਨਾਂ ਨੇ ਇੱਕ ਏਜੰਡਾ ਵੀ ਨਾਲ ਦਿੱਤਾ ਹੈ। ਏਜੰਡਾ ਉਹਨਾਂ ਦਾ ਕਲਿਆਣਕਾਰੀ ਰਾਜ ਹੈ। ਜਿਹੜਾ ਸਮਝਣ ਵਾਲੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਅਗਲਾ ਭਵਿੱਖ ਹੈ ਉਹ ਕਿੱਦਾਂ ਦਾ ਹੋਏਗਾ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਇਸ ਵੇਲੇ ਆ ਰਿਹਾ ਹੈ ਉਹ ਹੈ ਕਲਿਆਣਕਾਰੀ ਰਾਜ। ਕਲਿਆਣਕਾਰੀ ਦਾ ਰਾਜ ਦਾ ਮਤਲਬ ਇਹੀ ਹੈ ਕਿ ਜਿਹੜਾ ਲੋਕਾਂ ਦਾ ਟੈਕਸ ਹੈ, ਲੋਕਾਂ ਦੇ ਉੱਤੇ ਖਰਚ ਹੋਣਾ, ਜਿਹੜਾ ਟੈਕਸ ਅਸੀਂ ਦਿੰਦੇ ਹਾਂ ਸਾਰੇ ਲੋਕ, ਕੀ ਉਹ ਸਾਡੇ ਉੱਤੇ ਲੱਗਦਾ? ਆਪਾਂ ਨੂੰ ਪਤਾ ਕਿ ਨਹੀਂ ਲੱਗ ਰਿਹਾ, ਉਹ ਕਿਸੇ ਹੋਰ ਦੀਆਂ ਜੇਬਾਂ 'ਚ ਜਾ ਰਿਹਾ ਹੈ। ਉੱਪਰਲਾ ਤਬਕਾ ਜਿਹੜਾ ਹੈਗਾ ਉਹ ਸਾਰੇ ਟੈਕਸ ਨੂੰ ਜਿਹੜਾ ਹੈਗਾ ਆਪਣੇ ਫਾਇਦੇ ਲਈ ਵਰਤ ਰਿਹਾ। ਉਹ ਕਹਿੰਦੇ ਨੇ ਕਿ ਜਿਹੜਾ ਇਹ ਟੈਕਸ ਹੈ ਇਹ ਕਲਿਆਣਕਾਰੀ ਰਾਜ ਦੇ ਉੱਤੇ ਕਿਉਂ ਨਾ ਲੱਗੇ, ਇਹ ਲੋਕਾਂ ਦੀ ਹੈਲਥ ਦੇ ਉੱਤੇ ਕਿਉਂ ਨਾ ਲੱਗੇ, ਇਹ ਜਿਹੜਾ ਟੈਕਸ ਹੈ ਲੋਕਾਂ ਦੀ ਐਜੂਕੇਸ਼ਨ ਤੇ ਕਿਉਂ ਨਾ ਲੱਗੇ, ਲੋਕਾਂ ਦੀਆਂ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਉੱਤੇ ਕਿਉਂ ਨਾ ਲੱਗੇ।
ਸੋ ਇਹ ਟੈਕਸ ਜਿਹੜਾ ਹੈਗਾ ਉਹ ਇਹੀ ਕਹਿਣਾ ਚਾਹੁੰਦੇ ਨੇ ਕਿ ਇਸ ਪੈਸੇ ਦੇ ਨਾਲ ਇੱਕ ਚੰਗਾ ਕਲਿਆਣਕਾਰੀ ਰਾਜ ਬਣਾਇਆ ਜਾ ਸਕਦਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਇੱਕ ਵਧੀਆ ਸੁਨੇਹਾ ਔਰ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਇਸ ਟਵੀਟ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਜੀ ਨੇ ਕੀਤੀ ਹੈ। ਸੋ ਇਸ ਲਈ ਉਹਨਾਂ ਨੂੰ ਅੱਜ ਮੁਬਾਰਕਬਾਦ ਦੇਣ ਦਾ ਸਮਾਂ ਹੈ। ਸੋ ਸਾਨੂੰ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਜੁੜੇ ਇਹਨਾਂ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।